वंस अगेन वेलकम बैक टू द प्रोग्राम। ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਹਰਜੀਤ ਕੌਰ ਜੀ ਨਾਲ, ਜਿਹੜੇ ਕਿ ਇੱਕ ਸਟੂਡੈਂਟ ਹਨ ਬ੍ਰਹਮਾ ਕੁਮਾਰੀਜ਼ ਦੇ। ਬ੍ਰਹਮਾ ਕੁਮਾਰੀਜ਼ ਸੰਸਥਾ ਕੀ ਹੈ, ਕਦੋਂ ਇਹ ਹੋਂਦ ਵਿੱਚ ਆਈ, ਇਸ ਦਾ ਕੀ ਮੈਸੇਜ ਹੈ, ਆਓ ਇਸ ਸੰਬੰਧ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਸੋ ਭੈਣ ਜੀ, ਸਭ ਤੋਂ ਪਹਿਲਾਂ ਤਾਂ ਬ੍ਰਹਮਾ ਕੁਮਾਰੀਜ਼ ਦੇ ਹੈ ਕੀ, ਇਹ ਕੀ ਆਰਗੇਨਾਈਜੇਸ਼ਨ ਹੈਗੀ ਹੈ, ਕੀ ਕਰਦੀ ਹੈਗੀ ਹੈ ਤੇ ਇਸ ਦਾ ਮੁੱਖ ਉਦੇਸ਼ ਕੀ ਹੈਗਾ? ਬ੍ਰਹਮਾ ਕੁਮਾਰੀਜ਼ ਮੂਲ ਰੂਪ ਦੇ ਵਿੱਚ ਇੱਕ ਅਧਿਆਤਮਿਕ ਵਿਸ਼ਵ ਦੀ ਸੰਸਥਾ ਹੈ। ਇਹ ਕੋਈ ਧਰਮ ਨਹੀਂ ਹੈ, ਬਲਕਿ ਇਹ ਇੱਕ ਅਧਿਆਤਮਿਕ ਸ਼ੈਕਸ਼ਨਿਕ ਸੰਸਥਾਨ ਹੈ। ਅੱਛਾ ਜੀ। ਇਸ ਦੇ ਵਿੱਚ ਆਤਮਾ, ਪਰਮਾਤਮਾ ਔਰ ਇਸ ਸਾਰੀ ਸ੍ਰਿਸ਼ਟੀ ਦੇ ਵਿੱਚ, ਜਿਵੇਂ ਕਿਹਾ ਗਿਆ ਕਿ ਸ੍ਰਿਸ਼ਟੀ ਇੱਕ ਵਰਲਡ ਡਰਾਮਾ ਆ, ਉਸ ਦੇ ਵਿੱਚ ਸਾਡਾ ਇੱਕ ਵਿਸ਼ੇਸ਼ ਰੋਲ ਹੈ। ਅਸੀਂ ਇਸ ਸ੍ਰਿਸ਼ਟੀ ਦੇ ਵਿੱਚ ਕੀ ਕਰਨ ਆਏ ਆ ਔਰ ਕੀ ਕਰਨਾ ਆ, ਔਰ ਮੂਲ ਰੂਪ ਦੇ ਵਿੱਚ ਅਸੀਂ ਪਰਮਾਤਮਾ ਦੀ ਸੰਤਾਨ ਹੈ, ਕਿਉਂਕਿ ਪਰਮਾਤਮਾ ਜੋ ਇੱਕ ਗੁਣਾਂ ਦਾ ਸਾਗਰ ਹੈ, ਸ਼ਾਂਤੀ ਦਾ ਸਾਗਰ ਹੈ, ਸ਼ਕਤੀ ਦਾ ਸਾਗਰ ਹੈ। ਅਸੀਂ ਉਸ ਪਰਮਾਤਮਾ ਦੇ ਨਾਲ ਜੁੜ ਕੇ ਇਸ ਸਾਰੇ ਸੰਸਾਰ ਦੇ ਵਿੱਚ ਉਸ ਪਰਮਾਤਮਾ ਦੀ ਖੁਸ਼ਬੂ ਨੂੰ ਕਿਸ ਤਰ੍ਹਾਂ ਫੈਲਾਣਾ ਆ, ਇਹ ਬ੍ਰਹਮਾ ਕੁਮਾਰੀ ਦਾ ਲਕਸ਼ ਹੈ ਜੀ। ਓਕੇ, ਸੋ ਕਦੋਂ ਇਹ ਹੋਂਦ ਵਿੱਚ ਆਈ ਸੰਸਥਾ, ਤੇ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕੋਈ ਇਹ ਧਰਮ ਨਹੀਂ ਹੈਗਾ, ਇਟਸ ਅ ਵੇ ਆਫ ਲਾਈਫ ਵਾਲੀ ਤੁਸੀਂ ਗੱਲ ਕੀਤੀ ਕਿ ਉਸ ਰੱਬ ਤੱਕ ਕਿਵੇਂ ਪ੍ਰਾਪਤੀ ਕਰਨੀ ਹੈ, ਕਦੋਂ ਹੋਂਦ ਵਿੱਚ ਆਈ ਤੇ ਇਸ ਦੀ ਕਿੰਨੀ ਬ੍ਰਾਂਚਸ ਨੇ ਜਾਂ ਕਿੰਨੇ ਲੋਕ ਇਸ ਨਾਲ ਜੁੜੇ ਹੋਏ ਨੇ? ਇਹ ਬ੍ਰਹਮਾ ਕੁਮਾਰੀ ਸੰਸਥਾ ਜੀ 1937 ਦੇ ਵਿੱਚ ਪਾਕਿਸਤਾਨ ਦੇ ਵਿੱਚ ਸਿੰਧ, ਹੈਦਰਾਬਾਦ, ਕਰਾਚੀ ਦੇ ਵਿੱਚ ਇਹਨਾਂ ਦੇ ਫਾਊਂਡਰਸ ਦਾਦਾ ਲੇਖਰਾਜ ਸੀ। ਅੱਛਾ ਜੀ। ਇਹ ਇੱਕ ਜੌਹਰੀ ਦਾ ਕੰਮ ਕਰਦੇ ਸੀ। ਇਹਨਾਂ ਦਾ ਵਪਾਰ ਤਾਂ ਕਲਕੱਤਾ ਦੇ ਵਿੱਚ ਸੀਗੇ, ਲੇਕਿਨ ਅਚਾਨਕ ਹੀ ਇਹਨਾਂ ਦੇ ਵਿੱਚ ਪਰਮਾਤਮਾ ਸ਼ਿਵ ਦਾ ਅਵਤਰਨ ਹੋਇਆ, ਔਰ ਜਦ ਕਿ ਇਹਨਾਂ ਨੂੰ ਆਪ ਨੂੰ ਨਹੀਂ ਸੀ ਕੁਝ ਪਤਾ। ਇਹਨਾਂ ਦਾ ਜੀਵਨ ਬਹੁਤ ਹੀ ਸਾਤਵਿਕ ਸੀ, ਬਹੁਤ ਹੀ ਪਰਮਾਤਮਾ ਨੂੰ ਮੰਨਦੇ ਸੀ। ਇਹਨਾਂ ਨੇ 12 ਗੁਰੂ ਆਪਣੇ ਜੀਵਨ ਦੇ ਵਿੱਚ ਕੀਤੇ ਸੀ, ਲੇਕਿਨ ਅਚਾਨਕ ਹੀ ਪਰਮਾਤਮਾ ਸ਼ਿਵ ਦੀ ਪ੍ਰਵੇਸ਼ਤਾ ਇਹਨਾਂ ਦੇ ਵਿੱਚ ਹੋਈ, ਔਰ ਉਹਨਾਂ ਨੇ ਕਿਹਾ ਕਿ ਮੈਂ ਸ਼ਿਵ ਹਾਂ, ਤੁਹਾਨੂੰ ਇੱਕ ਨਵੀਂ ਦੁਨੀਆ ਦੀ ਸਥਾਪਨਾ ਕਰਨੀ ਹੈ, ਕਿਉਂਕਿ ਇਸ ਵੇਲੇ ਕਲਯੁਗ ਦਾ ਵਿਨਾਸ਼ ਬਹੁਤ ਨਜ਼ਦੀਕ ਹੈ। ਕਿਉਂਕਿ ਅੱਜ ਤੋਂ ਕੋਈ 70 ਸਾਲ 75 ਸਾਲ ਪਹਿਲਾਂ, ਜਦੋਂ ਕਿ ਇਹ ਸਾਰਾ ਕੁਝ ਸਾਇੰਸ ਦਾ, ਇਹ ਜੈਟ ਏਅਰਵੇਜ਼ ਨਹੀਂ ਸੀ ਹੁੰਦੇ, ਨਾ ਬੰਬਸ ਸੀ, ਉਹ ਸਾਰਾ ਉਹਨਾਂ ਨੂੰ ਸਾਖਸ਼ਾਤਕਾਰ ਕਰਵਾਇਆ, ਵਿਨਾਸ਼ ਦਾ ਸਾਖਸ਼ਾਤਕਾਰ ਕਰਵਾਇਆ। ਉਸ ਤੋਂ ਬਾਅਦ ਫਿਰ ਨਵੀਂ ਦੁਨੀਆ ਦੀ ਸਥਾਪਨਾ ਕਿਸ ਤਰ੍ਹਾਂ ਹੋਏਗੀ, ਉਹ ਸਾਰੇ ਸਾਖਸ਼ਾਤਕਾਰ ਕਰਵਾਏ ਗਏ। ਸ਼ੁਰੂ ਵਿੱਚ ਤਾਂ ਇਹਨਾਂ ਦਾਦਾ ਲੇਖਰਾਜ ਨੂੰ ਕੁਝ ਨਹੀਂ ਸੀ ਪਤਾ ਲੱਗਦਾ, ਲੇਕਿਨ ਹੌਲੀ ਹੌਲੀ ਉਹ ਸਪਸ਼ਟ ਹੋਣ ਲੱਗਿਆ। ਉਹਨਾਂ ਨੇ ਦੱਸਿਆ ਕਿ ਕਿਉਂਕਿ ਇਹ ਸ੍ਰਿਸ਼ਟੀ ਦਾ ਐਂਡ ਹੈ, ਸ੍ਰਿਸ਼ਟੀ ਜਿਹੜੀ ਹੈ 4 ਹਿੱਸਿਆਂ ਦੇ ਵਿੱਚ ਜਿਹੜੀ ਵੰਡੀ ਹੋਈ ਆ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਉਹਨਾਂ ਨੂੰ ਸਾਖਸ਼ਾਤਕਾਰ ਦੇ ਮਾਧਿਅਮ ਦੇ ਨਾਲ ਸਪਸ਼ਟ ਕੀਤਾ ਕਿ ਹੁਣ ਇਹ ਸ੍ਰਿਸ਼ਟੀ ਦਾ ਅੰਤਿਮ ਪੜਾਵ ਹੈ, ਤੇ ਇਸ ਕਰਕੇ ਪਰਮਾਤਮਾ ਸ਼ਿਵ ਦੇ ਅਵਤਰਨ ਦਾ ਵੇਲਾ ਆ, ਤੇ ਹੁਣ ਅਸੀਂ ਅਧਿਆਤਮਿਕ ਗਿਆਨ ਔਰ ਰਾਜਯੋਗ ਦੁਆਰਾ ਨਵੀਂ ਸ੍ਰਿਸ਼ਟੀ ਦੀ ਸਥਾਪਨਾ ਕਰਨੀ ਹੈ। ਰਾਈਟ। ਸੋ ਇਹ ਸ੍ਰਿਸ਼ਟੀ ਦੀ ਜਿਹੜੀ ਤੁਸੀਂ ਗੱਲ ਕੀਤੀ, ਸਥਾਪਨਾ ਕਰਨ ਲਈ ਹੁਣ ਕਿੰਨੇ ਲੋਕ ਜੁੜ ਚੁੱਕੇ ਨੇ, ਤੇ ਕੀ ਮੈਸੇਜ ਤੁਸੀਂ ਦਿੰਦੇ ਹੋ ਜਿਹਦੇ ਨਾਲ ਕਿ ਲੋਕ ਜਿਹੜੇ ਨੇ ਉਹ ਜੁੜ ਰਹੇ ਨੇ ਤੇ ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਆ ਰਿਹਾ? ਸ਼ੁਰੂ ਦੇ ਵਿੱਚ ਤਾਂ ਬਹੁਤ ਥੋੜੇ ਲੋਕ ਸੀਗੇ, ਲਗਭਗ, ਕਿਉਂਕਿ ਇਹ ਗਿਆਨ ਕਿਸੇ ਨੇ ਦਿੱਤਾ ਨਹੀਂ। ਇਹ ਗਿਆਨ ਬਾਕੀ ਲੋਕਾਂ ਨੂੰ ਵੀ ਸਾਖਸ਼ਾਤਕਾਰ ਦੇ ਮਾਧਿਅਮ ਦੇ ਨਾਲ, ਮਤਲਬ ਇੱਕ ਡਿਵਾਈਨ ਵਿਜ਼ਨ ਲੋਕਾਂ ਨੂੰ ਹੋਇਆ ਕਿ ਕਿਸੇ ਨੂੰ ਸ਼੍ਰੀ ਕ੍ਰਿਸ਼ਨ ਦਾ ਸਾਖਸ਼ਾਤਕਾਰ ਹੋਇਆ, ਕਿਸੇ ਨੂੰ ਪਰਮਾਤਮਾ ਸ਼ਿਵ ਦਾ ਸਾਖਸ਼ਾਤਕਾਰ ਹੋਇਆ, ਕਿਸੇ ਨੂੰ ਦਾਦਾ ਲੇਖਰਾਜ ਦਾ ਹੀ ਸਾਖਸ਼ਾਤਕਾਰ ਹੋਇਆ ਕਿ ਇਹ ਦੁਨੀਆ ਬਦਲਣ ਵਾਲੀ ਆ। ਤੇ ਉਹ ਲੋਕ ਆਪਣੇ ਆਪ ਹੀ ਇਸ ਸੰਸਥਾ ਦੇ ਨਾਲ ਜੁੜੇ, ਲੇਕਿਨ ਹੌਲੀ ਹੌਲੀ, ਕਿਉਂਕਿ ਪਹਿਲਾਂ ਇਹ ਪਾਕਿਸਤਾਨ ਦੇ ਵਿੱਚ ਸੀਗੀ, 1952 ਦੇ ਵਿੱਚ ਇਹ ਮਾਊਂਟ ਆਬੂ ਰਾਜਸਥਾਨ ਦੇ ਵਿੱਚ ਟ੍ਰਾਂਸਫਰ ਹੋਈ, ਤੇ ਹੌਲੀ ਹੌਲੀ, ਕਿਉਂਕਿ ਇਹ ਇੱਕ ਰੂਟ ਲੈਵਲ ਤੇ ਕੰਮ ਕਰਦੀ ਹੈ, ਆਤਮਾ ਨਾਲ ਜੁੜਦੀ ਹੈ, ਤੇ ਹੌਲੀ ਹੌਲੀ ਇਹ ਸਾਰੇ ਸੰਸਾਰ ਦੇ ਵਿੱਚ 5 ਮਹਾਦੀਪਾਂ ਦੇ ਵਿੱਚ ਲਗਭਗ ਇਹਦੇ ਸੈਂਟਰ ਜਿਹੜੇ ਕੋਈ 8700 ਦੇ ਕਰੀਬ ਹੈ, ਔਰ ਇਸ ਦੇ ਵਿੱਚ ਜਿਹੜੇ ਕਿ ਇਹਨਾਂ ਧਾਰਨਾ ਨੂੰ ਚੱਲਦੇ ਹੈ, ਲਗਭਗ 10 ਲੱਖ ਲੋਕ ਹਨ, ਜਿਨ੍ਹਾਂ ਦੀ ਜੀਵਨ ਵਿੱਚ ਪ੍ਰੈਕਟੀਕਲੀ ਜੀਵਨ ਦੇ ਵਿੱਚ ਉਹਨਾਂ ਦੇ ਆਚਾਰ ਔਰ ਵਿਵਹਾਰ ਦੇ ਵਿੱਚ ਪਰਿਵਰਤਨ ਹੈ, ਜਿਨ੍ਹਾਂ ਦਾ ਮੁੱਖ ਲਕਸ਼ ਹੀ ਇਹ ਆ ਕਿ ਜੀਵਨ ਨੂੰ ਵਿੱਚ ਖੁਸ਼ੀ ਦੀ ਖੁਸ਼ਬੂ
ਔਰ ਜੀਵਨ ਦੀ ਸ਼ਾਂਤੀ ਨੂੰ ਜੀ। ਅਰਥਾਤ ਜੀਵਨ ਦਾ ਅਸਲੀ ਮਕਸਦ ਕੀ ਹੈ Right. ਉਸ ਨੂੰ ਪ੍ਰਾਪਤ ਕਰਨਾ ਹੈ। ਸੋ ਭੈਣ ਜੀ, ਅੱਜ ਅਸੀਂ ਦੇਖ ਰਹੇ ਹਾਂ ਕਿ ਵਿਗਿਆਨਕ ਤੌਰ ਦੇ ਉੱਤੇ ਤਾਂ ਅਸੀਂ ਬਹੁਤ ਅੱਗੇ ਚਲੇ ਗਏ, ਪਰ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਵੱਧ ਗਈਆਂ, ਸਰੀਰਕ ਤੌਰ ਤੇ ਵੀ ਜਿਹੜੀ ਬਿਮਾਰੀਆਂ ਜਿਹੜੀਆਂ ਕਦੇ ਨਹੀਂ ਸੁਣੀ ਸੀ ਉਹ ਸਾਰੀਆਂ ਆ ਗਈਆਂ। ਤਾਂ ਇਹਦਾ ਕੀ ਮੂਲ ਕਾਰਨ ਕੀ ਤੁਸੀਂ ਸਮਝਦੇ ਹੋ ਕਿ ਕਿਉਂ ਨਹੀਂ ਅਸੀਂ ਉਹ ਸੰਤੁਸ਼ਟੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਜਾਂ ਆਪਣੇ ਆਤਮਾ ਦੀ ਜਿਹੜੀ ਤੁਸੀਂ ਗੱਲ ਕੀਤੀ ਉਸ ਨੂੰ ਪਹਿਚਾਨ ਸਕ ਰਹੇ? ਹਾਂ, ਕਿਉਂਕਿ ਜੀਵਨ ਜਿਹੜਾ ਹੈ ਨਾ ਦੋ ਪਾਸਾ ਜੀਵਨ ਹੈ। ਇੱਕ ਸਾਡੀ ਬਾਹਰੀ ਜੀਵਨ ਯਾਤਰਾ ਆ, ਜੀ। ਕਿਉਂਕਿ ਦੇਖਿਆ ਜਾਵੇ ਕਿ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ, ਲੇਕਿਨ ਉਹ ਤਰੱਕੀ ਉਹਨੇ ਉਦੋਂ ਕੀਤੀ ਜਦੋਂ ਬਾਹਰੀ ਰੂਪ ਦੇ ਵਿੱਚ ਉਹ ਕਨਸੈਂਟਰੇਟ ਹੋਇਆ, ਇਕਾਗਰ ਹੋਇਆ। ਜੀ। ਜਿਵੇਂ ਨਿਊਟਨ ਤੋਂ ਪਹਿਲਾਂ 20 ਲੋਕਾਂ ਨੇ ਸੇਬ ਨੂੰ, ਫਲ ਨੂੰ ਧਰਤੀ ਤੇ ਗਿਰਦਿਆਂ ਹੋਇਆਂ ਦੇਖਿਆ ਸੀ, ਰਾਈਟ। ਪਰੰਤੂ ਨਿਊਟਨ ਨੇ ਜਦੋਂ ਉਹਨੂੰ ਦੇਖਿਆ ਉਸ ਤੇ ਫੋਕਸ ਕੀਤਾ, ਉਸ ਤੇ ਇਕਾਗਰ ਹੋਇਆ। ਇਸੇ ਤਰ੍ਹਾਂ ਸਾਇੰਸ ਜਿਹੜੀ ਹੈ ਨਾ, ਇਕਾਗਰਤਾ ਤੋਂ ਬਾਅਦ ਉਸਨੇ ਜਿਸ ਤਰ੍ਹਾਂ ਕਿ ਵੀਲ ਦਾ ਅਵਿਸ਼ਕਾਰ ਹੋਇਆ, ਲਾਈਟ ਦਾ ਅਵਿਸ਼ਕਾਰ ਹੋਇਆ, ਇਸੇ ਤਰ੍ਹਾਂ ਇੱਕ ਸਾਡੀ ਅੰਤਰਮਨ ਦੀ ਯਾਤਰਾ ਹੈ। ਉਸ ਅੰਤਰਮਨ ਦੀ ਯਾਤਰਾ ਨੂੰ ਸਾਰੇ ਧਰਮ ਉਸ ਤੇ ਫੋਕਸਡ ਹੁੰਦੇ ਆ। ਜੀ। ਪਰੰਤੂ ਇਹ ਬ੍ਰਹਮਾ ਕੁਮਾਰੀ ਸੰਸਥਾ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਕਿ ਮੈਂ ਬਾਡੀ ਔਰ ਮੈਂ ਇੱਕ ਕੌਨਸ਼ੀਅਸ, ਜੀ। ਮੈਂ ਆਤਮਾ ਔਰ ਪਰਮਾਤਮਾ ਮਤਲਬ ਔਰ ਇਹ ਮੇਰਾ ਸਰੀਰ, ਇਹ ਅਸੀਂ ਤਿੰਨੋਂ ਚੀਜ਼ਾਂ ਜਿਹੜੀਆਂ ਕਿਸ ਤਰ੍ਹਾਂ ਆਪਸ ਦੇ ਵਿੱਚ ਕਨੈਕਟਡ ਹੈ, ਇਸ ਤੇ ਫੋਕਸਡ ਹੈ। ਰਾਈਟ। ਕਿ ਸਭ ਤੋਂ ਪਹਿਲਾਂ ਕਿ ਮੈਂ ਜੋ ਆਤਮਾ ਆ, ਜਿਵੇਂ ਹਿਊਮਨ ਬੀਇੰਗ ਕਿਹਾ ਜਾਂਦਾ ਹੈ ਕਿ ਹਿਊਮਸ ਮਾਨਾ ਮਿੱਟੀ, ਬੀਇੰਗ ਮਾਨਾ ਆਤਮਾ। ਜੀ। ਉਹ ਜਿਹੜੀ ਕੌਨਸ਼ੀਅਸ ਹੈ, ਆਤਮਾ ਹੈ, ਸਪਿਰਿਟ ਹੈ, ਉਸ ਨੂੰ ਸਭ ਨੇ ਹੀ ਮੰਨਿਆ, ਵਿਗਿਆਨ ਨੇ ਵੀ ਮੰਨਿਆ, ਪਰੰਤੂ ਉਸ ਨੂੰ ਜਾਣਿਆ ਨਹੀਂ, ਉਸ ਨੂੰ ਪਹਿਚਾਣਿਆ ਨਹੀਂ। ਲੇਕਿਨ ਬ੍ਰਹਮਾ ਕੁਮਾਰੀ ਸੰਸਥਾ ਦੇ ਵਿੱਚ ਫਸਟ ਲੈਸਨ ਵੀ ਆਤਮਾ ਦਾ ਹੈ ਕਿ ਮੈਂ ਇੱਕ ਆਤਮਾ ਆ, ਮੈਂ ਆਤਮਾ ਅੱਖਾਂ ਦੁਆਰਾ ਦੇਖ ਰਹੀ ਹਾਂ, ਮੁਖ ਦੁਆਰਾ ਬੋਲ ਰਹੀ ਹਾਂ, ਇਹ ਸਰੀਰ, ਇਹ ਮੇਰੇ ਹੱਥ ਜਿਹੜੇ, ਇਹ ਮੇਰੇ ਯੰਤਰ ਹੈ। ਇਸ ਕਰਕੇ ਆਤਮਾ ਜਿਹੜੀ ਹੈ ਉਹ ਕਿਆ ਚੀਜ਼ ਹੈ, ਇਸ ਪਹਿਲਾ ਲੈਸਨ ਹੀ ਸਾਡਾ ਲਾਸਟ ਲੈਸਨ ਹੈ, ਕਿਉਂਕਿ ਅਸੀਂ ਉਸ ਨੂੰ ਆਚਰਣ ਦੇ ਵਿੱਚ ਲਿਆਂਦੇ ਹਾਂ। ਕਿਉਂਕਿ ਜਿਸ ਤਰ੍ਹਾਂ ਇਸ ਸਰੀਰ ਦਾ ਪਿਤਾ ਇਸ ਸਰੀਰ ਦਾ ਪਿਤਾ ਜਿਹੜਾ ਹੈ ਮਨੁੱਖ ਦਾ ਪਿਤਾ ਹੈ ਨਾ, ਜਾਨਵਰ ਦਾ ਪਿਤਾ ਜਾਨਵਰ, ਸ਼ੇਰ ਦਾ ਪਿਤਾ ਸ਼ੇਰ ਹੈ, ਲੇਕਿਨ ਇਸ ਆਤਮਾ ਦਾ ਪਿਤਾ ਜਿਹੜਾ ਆ ਉਹ ਪਰਮਾਤਮਾ ਹੈ, ਉਹ ਸੁਪਰੀਮ ਸੋਲ ਹੈ, ਉਹ ਵੀ ਸੋਲ ਹੈ। ਇਸ ਤਰ੍ਹਾਂ ਅਸੀਂ ਬੇਸਿਕ ਰੂਪ ਦੇ ਵਿੱਚ ਆਪਣੇ ਆਪ ਨੂੰ ਆਤਮਾ ਉਸ ਤੇ ਕਨਸੈਂਟਰੇਟ ਕਰਦੇ ਹਾਂ ਕਿ ਮੈਂ ਆਤਮਾ ਆ, ਪਰ ਮੈਂ ਆਤਮਾ ਕਿਆ ਆ, ਇਸ ਤੇ ਸਾਡੀ ਬਹੁਤ ਬਹੁਤ ਗਹਿਰੀ ਸਟੱਡੀ ਚੱਲਦੀ ਹੈ, ਜਿਹੜੀ ਕਿ ਅਸੀਂ 7 ਦਿਨ ਦਾ ਕੋਰਸ ਕਰਵਾਉਂਦੇ ਹਾਂ ਔਰ ਉਸ ਨੂੰ ਰਿਅਲਾਈਜ਼ ਕਰਵਾਉਂਦੇ ਹਾਂ ਕਿ ਆਤਮਾ ਕਿਆ ਚੀਜ਼ ਹੈ। ਕਿਉਂਕਿ ਆਤਮਾ ਜਿਹੜੀ ਹੈ ਉਹ 7 ਗੁਣਾਂ ਦੀ ਬਣੀ ਹੋਈ ਹੈ ਕਿ ਆਤਮਾ ਦਾ ਜਿਸ ਤਰ੍ਹਾਂ ਗੁਣ ਹੈ ਪਿਆਰ, ਹਰ ਆਤਮਾ ਪਿਆਰ ਚਾਹੁੰਦੀ ਹੈ, ਹਰ ਆਤਮਾ ਸ਼ਾਂਤੀ ਚਾਹੁੰਦੀ, ਹਰ ਆਤਮਾ ਸੁਖ ਚਾਹੁੰਦੀ ਹੈ। ਤੇ ਫਿਰ ਉਹੀ ਕਾਰਨ ਕਿ ਕਿਉਂਕਿ ਉਹ ਭੁੱਲ ਗਿਆ ਹੈ ਕਿ ਇੱਕ ਜ਼ਿੰਦਗੀ ਦਾ ਕਾਇਦਾ ਆ ਕਿ ਜਿਹੜੀ ਚੀਜ਼ ਮੈਨੂੰ ਚਾਹੀਦੀ ਹੈ ਨਾ ਉਹ ਪਹਿਲਾਂ ਮੈਨੂੰ ਦੇਣੀ ਪੈਂਦੀ ਹੈ। ਜਿਸ ਤਰ੍ਹਾਂ ਧਰਤੀ ਚੋਂ ਪਾਣੀ ਕੱਢਣਾ ਹੈ ਨਾ, ਸਾਨੂੰ ਬੋਰ ਕਰਨ ਲੱਗਿਆ ਪਹਿਲਾਂ ਪਾਣੀ ਪਾਣਾ ਪੈਂਦਾ ਆ, ਫਿਰ ਉਸ ਤੋਂ ਬਾਅਦ ਉਹ ਲਗਾਤਾਰ ਆਣਾ ਸ਼ੁਰੂ ਹੋ ਜਾਂਦਾ ਆ। ਇਸੇ ਤਰ੍ਹਾਂ ਜਦੋਂ ਮੈਂ ਪਿਆਰ ਮੈਨੂੰ ਚਾਹੀਦਾ ਆ ਤਾਂ ਮੈਨੂੰ ਪਹਿਲਾਂ ਪਿਆਰ ਦੇਣਾ ਪਏਗਾ, ਕਿਉਂਕਿ ਸਾਰੀ ਸ੍ਰਿਸ਼ਟੀ ਹੀ ਪਿਆਰ ਚਾਹੁੰਦੀ, ਸਾਰੀ ਸ੍ਰਿਸ਼ਟੀ ਨੂੰ ਸ਼ਾਂਤੀ ਸੁਖ ਚਾਹੀਦੀ ਹੈ, ਕਿਉਂਕਿ ਅਸੀਂ ਉਹ ਇਨਰ ਕੌਨਸ਼ੀਅਸ ਦੇ ਨਾਲ ਜੁੜ ਕੇ ਦੂਸਰੇ ਨੂੰ ਵੀ ਸਮਝਦੇ ਹਾਂ ਕਿ ਇਹ ਵੀ ਆਤਮਾ ਆ, ਇਹ ਵੀ ਸੋਲ ਹੈ। ਇਸ ਕਰਕੇ ਜਦੋਂ ਅਸੀਂ ਇਸ ਚੀਜ਼ ਤੇ ਜੁੜ ਜਾਂਦੇ ਹਾਂ ਤੇ ਸਾਡੀ ਮਾਨਸਿਕਤਾ ਨੂੰ ਇੱਕ ਠਿਕਾਣਾ ਮਿਲ ਜਾਂਦਾ ਹੈ, ਇੱਕ ਵਾਸਤਵਿਕਤਾ ਮਿਲ ਜਾਂਦੀ ਹੈ ਕਿ ਇਹੀ ਮੇਰੀ ਵਾਸਤਵਿਕਤਾ ਹੈ, ਮੈਂ ਇਸ ਨਾਲ ਜੁੜਨਾ ਹੈ। ਬਹੁਤ ਖੂਬ ਜੀ। ਇਸ ਰਿਅਲਾਈਜੇਸ਼ਨ ਨਾਲ ਹੋਰ ਕੀ ਪਰਿਵਰਤਨ ਆਉਂਦਾ ਹੈ ਜੀਵਨ ਦੇ ਵਿੱਚ, ਇਸ ਬਾਰੇ ਅਸੀਂ ਬ੍ਰੇਕ ਤੋਂ ਬਾਅਦ ਭੈਣ ਜੀ ਪਰਮਿੰਦਰ ਕੌਰ ਜੀ ਨਾਲ ਗੱਲਬਾਤ ਕਰਾਂਗੇ। ਧੰਨਵਾਦ ਇੱਥੇ ਆ ਕੇ ਸਾਂਝ ਪਾਉਣ ਲਈ। ਥੈਂਕ ਯੂ ਵੈਰੀ ਮਚ।